जोत रूप हर आप गुरु नानक कहायो। ताते अंगद भयो तत् स्यों तत् मिलायो। अंगद कृपा धार अमर सतगुर थिर कियो। अमरदास अमृत छतर गुर रामह दियो। गुर रामदास दर्शन परस कह मथुरा अमृत बयाना। मूरत पंच प्रमाण पुरख गुर अर्जन पिखो नयन। मूरत पंच प्रमाण पुरख गुर अर्जन पिखो नयन। हम अवगुण भरे एक गुण नाही। अमृत छाड़ विख विख माया मोह परम भूले। सुत दारा स्यों एक उत्तम पंथ सुन्यो गुर संगत। तेह मिलंत जम एक अरदास पाठ कीरत की। गुर रामदास सुकहो टल गुर सेविया। अहनस सहज दर्शन परसे गुरु का जन्म। मरण दुख जाए सिफत खसमदे। नूर अरसों कुरसों चटिया। खुद डिठे सच्चे पातशाह। मल जन्म जन्म दे कटिया। सजन सच्चा पातशाह। सिर साहब साहो जिस पास बैठया सोहिया। सबना दा बेसाहो। सतनाम श्री वाहिगुरु साहिब जी। तनासरी महला पंजवा। तुम दाते ठाकुर प्रतपालक। नायक खासम हमारे। निमख निमख तुम ही प्रतपाल हो। हम बारक तुम्हारे तारे। तुम दाते ठाकुर प्रतपालक। नायक खासम हमारे। निमख निमख तुम ही प्रतपाल हो। हम बारक तुम्हारे तारे। जेहवा एक कावन गुण कहिया। बेसुमार बेअंत स्वामी। तेरो अंत ना कि नहीं लहिया। रहाओ कोट पराध हमारे खंड हो। अनक विधि समझावहो।
ਮਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰ ਕੇ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਤੁਰਕੀ ਬਾਣੀ ਅਕਾਲੀ ਬਾਣੀ ਵਿੱਚੋਂ ਪ੍ਰਾਪਤ ਹੋਏ ਅੱਜ ਦੇ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ। ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨਾਇਣ ਦੀਨ ਦਿਆਲ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਜਿਤਨਾ ਕੁ ਸਮਾਂ ਮੇਰੇ ਸਾਹਿਬ ਜੀ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਇਸ ਸਮੇਂ ਦੀ ਸਫਲਤਾ ਵਾਸਤੇ ਸਤਿਗੁਰਾਂ ਵੱਲੋਂ ਬਖਸ਼ੇ ਹੋਏ ਪਾਵਨ ਸ਼ਬਦ ਨੂੰ ਰਲ ਮਿਲ ਕੇ ਵਿਚਾਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਇਕਾਗਰਤਾ ਬਣਾਉਣ ਵਾਸਤੇ ਸਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਰਾਗ ਤਨਾਸਰੀ ਹੈ ਔਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਵਿੱਤਰ ਸ਼ਬਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਸੰਬੋਧਨ ਕਰਕੇ ਉਚਾਰਨ ਕਰ ਰਹੇ ਨੇ।
ਅਸੀਂ ਸੰਬੋਧਨ ਉਸੇ ਨੂੰ ਕਰਦੇ ਹਾਂ ਜੋ ਸਾਨੂੰ ਦਿਸਦਾ, ਜਿਸ ਨੂੰ ਅਸੀਂ ਵੇਖਦੇ ਹਾਂ। ਰੱਬੀ ਸ਼ਕਤੀ ਇਹਨਾਂ ਅੱਖਾਂ ਦਾ ਵੇਖਣ ਦਾ ਵਿਸ਼ਾ ਨਹੀਂ ਹੈ। ਸਰਗੁਣ ਰੂਪ ਵਿੱਚ ਅਸੀਂ ਭਾਵੇਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਰਮੇਸ਼ਰ ਦਾ ਰੂਪ ਕਰਕੇ ਵੇਖਦੇ ਹਾਂ, ਪਰ ਨਿਰਾਕਾਰ ਨਿਰਗੁਣ ਸਵਰੂਪ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਇਹਨਾਂ ਨੇਤਰਾਂ ਨਾਲ, ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਉਹ ਇਹਨਾਂ ਅੱਖਾਂ ਦਾ ਵਿਸ਼ੇ ਨਹੀਂ ਹੈ। ਉਹਨੂੰ ਅਸੀਂ ਆਤਮ ਵਿਸ਼ੈਣੀ ਬੁੱਧੀ ਦੁਆਰਾ ਅਨੁਭਵ ਕਰਦੇ ਹਾਂ, ਜਿਸ ਨੂੰ ਸਾਖਸ਼ਾਤਕਾਰ ਕਹਿੰਦੇ ਹਨ। ਬਹੁਤ ਕੁਝ ਐਸਾ ਹੈ ਜਿਸ ਨੂੰ ਅਸੀਂ ਕੇਵਲ ਮਹਿਸੂਸ ਕਰ ਸਕਦੇ ਹਾਂ, ਵੇਖ ਨਹੀਂ ਸਕਦੇ। ਪ੍ਰੇਮ ਵੇਖਣ ਦਾ ਵਿਸ਼ਾ ਨਹੀਂ ਹੈ, ਉਹ ਕੇਵਲ ਅਸੀਂ ਆਪਣੇ ਹਿਰਦੇ 'ਚ ਅਨੁਭਵ ਕਰਦੇ ਹਾਂ, ਮਹਿਸੂਸ ਕਰਦੇ ਹਾਂ। ਕਿਸੇ ਪ੍ਰਤੀ ਸਾਡੇ ਅੰਦਰ ਅਥਾਹ ਪ੍ਰੇਮ ਹੈ, ਅਸੀਂ ਆਪਣਾ ਜਿਗਰਾ ਚੀਰ ਕੇ ਉਹਨੂੰ ਵਿਖਾ ਨਹੀਂ ਸਕਾਂਗੇ ਕਿਤਨਾ ਕੁ ਪ੍ਰੇਮ ਹੈ। ਉਹ ਪ੍ਰੇਮ ਸਾਡੇ ਹਿਰਦੇ ਵਿੱਚ ਹੈ, ਔਰ ਉਹਨੂੰ ਅਸੀਂ ਆਪਣੇ ਹਿਰਦੇ 'ਚ ਮਹਿਸੂਸ ਕਰਦੇ ਹਾਂ, ਅਨੁਭਵ ਕਰਦੇ ਹਾਂ। ਜੋ ਆਤਮ ਵਿਸ਼ੈਣੀ ਬੁੱਧੀ ਹੈ, ਉਹ ਆਤਮਾ ਨੂੰ ਵਿਸ਼ੇ ਕਰਦੀ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਦੀ ਉਸ ਬੇਅੰਤ ਤੇ ਅਸੀਮ ਸ਼ਕਤੀ ਨੂੰ ਆਪਣੇ ਹਿਰਦੇ 'ਚ ਕੋਈ ਆਤਮ ਪੁਰਸ਼, ਕੋਈ ਬ੍ਰਹਮ ਗਿਆਨੀ ਮਹਾਂਪੁਰਖ ਅਨੁਭਵ ਕਰਦਾ ਹੈ, ਤਾਂ ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਉਹਦੇ ਸਾਹਮਣੇ ਸਾਖਸ਼ਾਤਕਾਰ ਹੁੰਦਾ ਹੈ, ਜਿਵੇਂ ਹੱਥ ਦੀ ਤਲੀ ਤੇ ਧਰਿਆ ਔਲਾ ਸਾਖਸ਼ਾਤਕਾਰ ਹੁੰਦਾ। ਇੱਥੇ ਉਸੇ ਪਾਰ ਬ੍ਰਹਮ ਪਰਮੇਸ਼ਰ ਨੂੰ ਸਾਖਸ਼ਾਤਕਾਰ ਰੂਪ ਵਿੱਚ ਵੇਖਦਿਆਂ ਇਹ ਨੇਤਰ ਹੋਰ ਹੀ ਨੇ, ਜਿਨ੍ਹਾਂ ਨੇਤਰਾਂ ਦੁਆਰਾ ਉਸ ਪਰਮਾਤਮਾ ਦਾ ਸਾਖਸ਼ਾਤਕਾਰ ਹੋਇਆ ਦਿਸ ਰਿਹਾ ਹੈ। ਇਹ ਉਹੀ ਅੱਖਾਂ ਨੇ ਜਿਨ੍ਹਾਂ ਬਾਰੇ ਗੁਰਦੇਵ ਕਹਿੰਦੇ ਨੇ ਸੇ ਅੱਖੜੀਆਂ ਬਿਆਨ, ਤੇ ਵੇਖ ਕੇ ਕਹਿੰਦੇ ਹਨ, ਹੇ ਪ੍ਰਭੂ, ਤੁਸੀਂ ਸੰਸਾਰ ਦੇ ਸਮਸਤ ਜੀਵਾਂ ਦੇ ਦਾਤੇ ਹੋ। ਮਹਾਰਾਜ, ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਹੋ, ਔਰ ਇੱਕੋ ਇੱਕ ਦਾਤੇ ਹੋ। ਬਾਕੀ ਸਭ ਆਪ ਜੀ ਦੇ ਦਰ ਦੇ ਮੰਗਤੇ ਨੇ, ਭਿਖਾਰੀ ਨੇ, ਜਾਚਕ ਨੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕੋ ਇੱਕ ਦਾਤੇ। ਹਰ ਸ਼ੈ ਤੁਹਾਡੇ ਅੱਗੇ ਮੰਗਣ ਵਾਲੀ ਮੰਗਤੇ ਨੇ, ਜਿੰਨੇ ਵੀ ਜੀਵ ਨੇ। ਤੁਸੀਂ ਸਭ ਦੇ ਦਾਤੇ ਇੱਕੋ ਹੀ ਹੋ। ਮਹਾਰਾਜ, ਜਿੱਥੇ ਤੁਸੀਂ ਦਾਤੇ ਹੋ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ, ਉੱਥੇ ਤੁਸੀਂ ਸਾਰੇ ਜਗਤ ਦੇ ਠਾਕੁਰ ਹੋ, ਮਾਲਕ ਹੋ, ਸੁਆਮੀ ਹੋ। ਮਹਾਰਾਜ, ਔਰ ਹਰ ਇੱਕ ਜੀਵ ਦੀ ਪਾਲਣਾ ਕਰਨ ਵਾਲੇ ਪ੍ਰਤੀਪਾਲਕ ਵੀ ਹੋ। ਪ੍ਰਤੀ ਏਕ ਦੀ ਪਾਲਣਾ ਕਰਨ ਵਾਲੇ ਪਾਲਣਹਾਰ। ਪੋਖਤ ਹੈ ਜਲ ਮੈਂ ਥਲ ਮੈਂ, ਹਰ ਥਾਂ ਤੇ, ਹਰ ਜਗ੍ਹਾ ਤੇ ਜਿਤਨੇ ਵੀ ਜੀਵ ਜੰਤੂ ਪੰਛੀ ਆਦਿਕ ਨੇ, ਸਭ ਦੀ ਪਾਲਣਾ ਕਰਨ ਵਾਲੇ ਹੈ ਪ੍ਰਭੂ। ਪਾਲਣਹਾਰ ਤੁਸੀਂ ਹੋ, ਪ੍ਰਤਪਾਲਕ ਤੁਸੀਂ ਹੋ। ਰੋਜੀ ਦਾ ਦਾਤਾ ਅਕਾਲ ਪੁਰਖ ਪਰਮੇਸ਼ਰ ਹੈ, ਜਿਹੜਾ ਰਿਜ਼ਕ ਦੇਣ ਵਾਲਾ, ਰਿਜ਼ਕ ਦਾ ਦਾਤਾ, ਜਿਹੜਾ ਸਾਰੇ ਸੰਸਾਰ ਨੂੰ ਰਿਜ਼ਕ ਦੇਣ ਵਾਲਾ ਦਾਤਾ ਹੈ, ਉਹ ਅਕਾਲ ਪੁਰਖ ਪਰਮੇਸ਼ਰ ਹੈ। ਨਾਇਕ ਖਸਮ ਹਮਾਰੇ, ਮਹਾਰਾਜ ਤੁਸੀਂ ਸਾਡੇ ਆਗੂ ਹੋ, ਮੁਖੀਏ ਹੋ, ਔਰ ਸਾਡੇ ਖਸਮ ਹੋ, ਸਾਡੇ ਸੁਆਮੀ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ,
ਹਮ ਬਾਰਕ ਤੁਮਰੇ ਧਾਰੇ। ਨਿਮਖ ਨਿਮਖ ਕਰਕੇ ਨਿਮੇਖ, ਅੱਖ ਦੇ ਫੋਰ ਜਿਤਨਾ ਸਮਾਂ, ਇਤਨੇ ਇਤਨੇ ਸਮੇਂ ਵਿੱਚ ਤੁਸੀਂ ਸਾਡੀ ਪਾਲਣਾ ਕਰਨ ਵਾਲੇ। ਮਾਂ ਹਾਲੇ ਕਿ ਭਾਵੇਂ ਬੱਚੇ ਨੂੰ ਵੇਖਣ ਵਾਸਤੇ ਸਮਾਂ ਲਾਉਂਦੀ ਹੈ, ਹਾਲਾਂਕਿ ਉਹ ਵੀ ਖਿਆਲ ਰੱਖਦੀ ਹੈ, ਕੁਝ ਸਮੇਂ ਬਾਅਦ ਆਪਣੇ ਬਾਲਕ ਨੂੰ ਵੇਖਦੀ ਹੈ, ਦੁੱਧ ਪਿਲਾਉਂਦੀ ਹੈ, ਪਰ ਮਹਾਰਾਜ ਤੁਸੀਂ ਤਾਂ ਨਿਮਖ ਨਿਮਖ ਕਰਕੇ ਸਾਡੀ ਪਾਲਣਾ ਕਰਦੇ ਹੋ, ਬਾਰ-ਬਾਰ ਵੇਖਦੇ ਹੋ, ਬਾਰ-ਬਾਰ ਸੰਭਾਲਦੇ ਹੋ। ਹਮ ਬਾਰਕ ਤੁਮਰੇ ਧਾਰੇ। ਮਹਾਰਾਜ ਜੀ ਅਸੀਂ ਆਪ ਜੀ ਦੇ ਬੱਚੇ ਹਾਂ, ਬਾਲਕ ਹਾਂ, ਔਰ ਸਾਨੂੰ ਕੇਵਲ ਤੁਹਾਡਾ ਆਧਾਰ ਹੈ, ਤੁਹਾਡਾ ਆਸਰਾ ਹੈ। ਜਿਵੇਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਆਸਰਾ ਹੁੰਦਾ, ਆਧਾਰ ਹੁੰਦਾ, ਇਸੇ ਤਰ੍ਹਾਂ ਮਹਾਰਾਜ ਜੀ ਸਾਨੂੰ ਕੇਵਲ ਆਪ ਜੀ ਦਾ ਆਧਾਰ ਹੈ, ਆਸਰਾ ਹੈ, ਔਰ ਅਸੀਂ ਆਪ ਜੀ ਦੇ ਬਾਲਕ ਹਾਂ, ਬੱਚੇ ਹਾਂ। ਤੁਮ ਮਾਤ ਪਿਤਾ, ਤੁਸੀਂ ਸਾਡੇ ਪਿਤਾ ਵੀ ਹੋ, ਤੁਸੀਂ ਸਾਡੀ ਮਾਤਾ ਵੀ ਹੋ। ਅਸੀਂ ਆਪ ਜੀ ਦੇ ਬੱਚੇ ਹਾਂ, ਬਾਲਕ ਹਾਂ। ਹਾਂਜੀ। ਜਿਹਵਾ ਏਕ ਕਾਵਣ ਗੁਣ ਕਹੀਐ। ਮਹਾਰਾਜ ਜੀਭਾ ਇੱਕ ਹੈ, ਮੈਂ ਆਪਣੀ ਇੱਕ ਜ਼ੁਬਾਨ ਨਾਲ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਕਹਾਂ, ਕਿਸ ਕਿਸ ਗੁਣ ਨੂੰ ਵਰਣਨ ਕਰਾਂ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਅੰਦਾਜ਼ੇ ਬਿਆਨ ਵੀ ਨਹੀਂ ਹੋ ਸਕਦਾ। ਤਦੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਪਾਂ ਵਿਚਾਰਿਆ ਸੀ ਨਾ ਕੱਲ, ਕੌਣ ਤਰਾਜੀ ਕੌਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ। ਮਹਾਰਾਜ ਦੁਨੀਆ 'ਚ ਕੋਈ ਇਹੋ ਜਿਹਾ ਤਰਾਜੂ ਨਹੀਂ, ਇਹੋ ਜਿਹਾ ਕੋਈ ਤੋਲ ਨਹੀਂ ਜਿਸ ਵਿੱਚ ਤੁਹਾਨੂੰ ਤੋਲਿਆ ਜਾ ਸਕੇ, ਮਾਪਿਆ ਜਾ ਸਕੇ, ਤੁਹਾਡਾ ਮੁੱਲ ਪਾਇਆ ਜਾ ਸਕੇ। ਮਹਾਰਾਜ ਤੁਸੀਂ ਬੇਅੰਤ ਹੋ। ਸਾਡੀ ਇੱਕ ਜੀਭਾ ਹੈ, ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਕਹੀਏ। ਤੁਸੀਂ ਬੇਅੰਤ ਗੁਣਾਂ ਦੇ ਮਾਲਕ ਹੋ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਮਹਾਰਾਜ ਤੁਹਾਡਾ ਸ਼ੁਮਾਰ ਨਹੀਂ ਹੈ, ਬੇਸ਼ੁਮਾਰ। ਸ਼ੁਮਾਰ ਨਹੀਂ ਹੈ, ਬੇਅੰਤ ਹੋ, ਅੰਤ ਤੋਂ ਰਹਿਤ ਹੋ। ਸ਼ੁਮਾਰ ਨਹੀਂ, ਕਿਤਨਾ ਕੁ ਪਸਾਰਾ ਹੈ ਆਪ ਜੀ ਦਾ, ਔਰ ਅੰਤ ਵੀ ਨਹੀਂ ਹੈ, ਤੁਸੀਂ ਬੇਅੰਤ ਹੋ। ਹੇ ਸੁਆਮੀ ਜੀ, ਤੁਹਾਡਾ ਅੰਤ ਕਿਸੇ ਨੇ ਨਹੀਂ ਜਾਣਿਆ। ਜਿਹੜੇ ਅੰਤ ਪਾਉਣ ਗਏ ਉਹ ਮੁੜ ਕੇ ਆਏ ਹੀ ਨਹੀਂ ਦੱਸਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਉਸ ਵਾਹਿਗੁਰੂ ਦਾ ਅੰਤ ਪਾਉਣ ਗਏ ਉਹ ਮੁੜ ਕੇ ਨਹੀਂ ਆਏ ਦੱਸਣ ਲਈ ਵੀ ਕਿੰਨਾ ਕੁ ਅੰਤ ਹੈ। ਲੂਣ ਦੀ ਇੱਕ ਪੁਤਲੀ ਚੱਲੀ ਸੀ ਸਮੁੰਦਰ ਦਾ ਅੰਤ ਪਾਉਣ। ਲੂਣ ਦੀ ਪੁਤਲੀ ਬਣਾਈ ਹੋਈ ਚੱਲੀ ਹੈ ਸਮੁੰਦਰ ਦਾ ਅੰਤ ਪਾਉਣ ਲਈ, ਪਰ ਜਦੋਂ ਸਮੁੰਦਰ ਵਿੱਚ ਗਈ ਤੇ ਉਸੇ ਦਾ ਰੂਪ ਹੋ ਗਈ। ਹੁਣ ਵਾਪਸ ਆ ਕੇ ਕੌਣ ਦੱਸੇ ਕਿ ਸਮੁੰਦਰ ਕਿੰਨਾ ਕੁ ਵੱਡਾ ਹੈ। ਪਲਟ ਕਹੈ ਕੋ ਵੈਨ, ਹੁਣ ਵਾਪਸ ਕੌਣ ਆ ਕੇ ਦੱਸੇ। ਜਿਸ ਵੀ ਪ੍ਰਾਣੀ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਪਾਣਾ ਚਾਹਿਆ, ਉਹ ਮੁੜ ਕੇ ਵਾਪਸ ਨਹੀਂ ਆਏ ਦੱਸਣ ਲਈ ਕਿ ਉਹ ਕਿਤਨੇ ਕੁ ਅੰਤ ਵਾਲਾ ਹੈ। ਉਸੇ ਵਿੱਚ ਹੀ ਮਿਲ ਕੇ ਉਹਨਾਂ ਦਾ ਆਪਣਾ ਅੰਤ ਹੋ ਗਿਆ। ਇਸ ਕਰਕੇ ਹੇ ਵਾਹਿਗੁਰੂ, ਤੇਰਾ ਅੰਤ ਕਿਸੇ ਨੇ ਨਹੀਂ ਜਾਣਿਆ। ਰਹਾਉ ਕੋਟ ਪਰਾਧ ਹਮਾਰੇ ਖੰਡੋ ਹੋ, ਅਨਕ ਵਿਧੀ ਸਮਝਾਵੋ। ਮਹਾਰਾਜ ਜੀ ਤੁਸੀਂ ਸਾਡੇ ਕਰੋੜਾਂ ਅਪਰਾਧ, ਇੱਕ ਦੋ ਅਪਰਾਧਾਂ ਦੀ ਗੱਲ ਨਹੀਂ, ਇੱਥੇ ਕਰੋੜਾਂ ਅਪਰਾਧਾਂ ਦੀ ਗੱਲ ਹੋ ਰਹੀ।
ਸਾਹਿਬ ਜੀ ਅਸੀਂ ਇਤਨੇ ਅਪਰਾਧੀ ਹਾਂ, ਇਤਨੇ ਗੁਨਾਹਗਾਰ ਹਾਂ, ਇਤਨੀਆਂ ਭੈੜੀਆਂ ਵਿਰਤੀਆਂ ਸਾਡੇ ਹਿਰਦੇ ਚ ਉਪਜਦੀਆਂ ਨੇ, ਇਤਨੇ ਗਰਕੇ ਹੋਏ ਹਾਂ। ਪਰ ਹੇ ਸੁਆਮੀ, ਤੁਸੀਂ ਇਤਨੇ ਦਿਆਲੂ ਹੋ ਕਿ ਸਾਡੇ ਕਰੋੜਾਂ ਅਪਰਾਧਾਂ ਨੂੰ ਖੰਡਣ ਵਾਲੇ। ਕਰੋੜਾਂ ਦਿਆਲੂ ਬੜੇ, ਤੁਹਾਡੇ ਜੈਸਾ ਦਿਆਲੂ ਨਹੀਂ ਕੋਈ ਮਹਾਰਾਜ। ਦੁਨੀਆ ਵਿੱਚ ਕਿਸੇ ਦੀ ਕੋਈ ਇੱਕ ਭੁੱਲ ਮਾਫ ਕਰੇਗਾ, ਕੋਈ ਦੋ, ਕੋਈ ਚਾਰ, ਪਰ ਤੁਸੀਂ ਇਤਨੇ ਦਿਆਲੂ ਹੋ ਕਿ ਸਾਡੀਆਂ ਕਰੋੜਾਂ ਭੁੱਲਾਂ, ਕਰੋੜਾਂ ਅਪਰਾਧਾਂ ਨੂੰ ਖਿਮਾ ਕਰਕੇ ਮਾਫ ਕਰਨ ਵਾਲੇ। ਔਰ ਕੇਵਲ ਅਪਰਾਧਾਂ ਨੂੰ ਖੰਡਦੇ ਹੀ, ਖਿਮਾ ਹੀ ਨਹੀਂ ਕਰਦੇ, ਏਡਾ ਤਰਸ ਕਰਦੇ ਹੋ ਵੀ ਉਹਨਾਂ ਅਪਰਾਧਾਂ ਨੂੰ ਖੰਡ ਕੇ ਉਹਨਾਂ ਦਾ ਜਿਹੜਾ ਬੀਜ ਹੈ ਉਹ ਨਾਸ਼ ਕਰ ਦਿੰਦੇ ਹੋ, ਵੀ ਉਹ ਦੁਬਾਰਾ ਫਲ ਦੇਣ ਜੋਗੇ ਨਾ ਰਹਿਣ। ਕਿਉਂਕਿ ਅਪਰਾਧ ਕੋਈ ਵੀ ਕਰਦਾ, ਉਸ ਅਪਰਾਧ ਦਾ ਫਲ ਮਿਲਦਾ, ਸਜ਼ਾ ਮਿਲਦੀ। ਤੁਸੀਂ ਜਿੱਥੇ ਸਾਡੇ ਅਪਰਾਧਾਂ ਨੂੰ ਮੇਟਣ ਵਾਲੇ ਹੋ ਮਹਾਰਾਜ, ਉੱਥੇ ਉਹਨਾਂ ਅਪਰਾਧਾਂ ਨੂੰ ਉੱਗਣ ਨਹੀਂ ਦਿੰਦੇ, ਯਾਨੀ ਕਿ ਫਲ ਨਹੀਂ ਸਾਨੂੰ ਪ੍ਰਾਪਤ ਹੋਣ ਦਿੰਦੇ, ਸਾਨੂੰ ਉਹਨਾਂ ਸਾਰੇ ਅਪਰਾਧਾਂ ਤੋਂ ਮੁਕਤ ਕਰ ਦਿੰਦੇ ਆ। ਔਰ ਅਨੇਕਾਂ ਵਿਧੀਆਂ ਨਾਲ, ਅਨੇਕਾਂ ਤਰੀਕਿਆਂ ਨਾਲ ਮਹਾਰਾਜ ਜੀ ਤੁਸੀਂ ਸਾਨੂੰ ਸਮਝਾਉਂਦੇ ਹੋ। ਅਨਕ ਵਿਧੀ ਸਮਝਾਵੋ, ਅਨੇਕਾਂ ਤਰੀਕਿਆਂ ਨਾਲ, ਅਨੇਕਾਂ ਵਿਧੀਆਂ ਨਾਲ ਤੁਸੀਂ ਸਾਨੂੰ ਛਿਨ ਛਿਨ ਕਰਕੇ, ਪਲ ਪਲ ਕਰਕੇ ਸਮਝਾਉਂਦੇ ਹੋ। ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਨ ਬਿਰਦ ਰਖਾਵੋ। ਮਹਾਰਾਜ ਜੀ ਅਸੀਂ ਅਗਿਆਨੀ ਹਾਂ, ਸਾਡੀ ਤੁੱਛ ਬੁੱਧੀ ਹੈ, ਤੁੱਛ। ਅਲਪ ਦਾ ਮਤਲਬ ਥੋੜੀ ਜੀ ਬੁੱਧੀ ਹੈ, ਅਗਿਆਨੀ ਹਾਂ। ਕਿਰਪਾ ਕਰੋ ਸੁਆਮੀ ਜੀ, ਤੁਸੀਂ ਆਪਣਾ ਬਿਰਦ ਰਖਾਵੋ। ਅਸੀਂ ਤੁੱਛ ਬੁੱਧੀ ਵਾਲੇ, ਅਗਿਆਨੀ ਅਲਪ ਬੁੱਧੀ ਵਾਲੇ ਹਾਂ। ਸਾਹਿਬ ਜੀ ਤੁਸੀਂ ਆਪਣਾ ਬਿਰਦ ਰੱਖ ਲਓ। ਤੁਹਾਡਾ ਬਿਰਦ ਹੈ ਜਿਹੜਾ ਤੁਹਾਡੀ ਪਨਾਹ ਵਿੱਚ ਆ ਗਿਆ, ਤੁਹਾਡੀ ਸ਼ਰਨ ਵਿੱਚ ਆ ਗਿਆ, ਤੁਸੀਂ ਉਹਨੂੰ ਰੱਖ ਲੈਂਦੇ ਹੋ। ਇਹ ਤੁਹਾਡਾ ਬਿਰਦ ਹੈ। ਮਹਾਰਾਜ ਤੁਸੀਂ ਆਪਣਾ ਬਿਰਦ ਰਖਾਵੋ। ਅਸੀਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਅਗਿਆਨੀ ਵੀ ਹਾਂ ਔਰ ਥੋੜੀ ਬੁੱਧੀ ਵਾਲੇ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੋਹੇਲੇ। ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ ਔਰ ਸਾਨੂੰ ਤੁਹਾਡੀ ਆਸ ਹੈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। 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 ਤੁਮ ਹੀ ਸਜਨ ਸੋਹੇਲੇ, ਤੁਮ ਹੀ ਸਜਨ ਸੋਹੇਲੇ। 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 ਮਹਾਰਾਜ ਜੀ ਤੁਹਾਡੀ ਸ਼ਰਨ ਵਿੱਚ ਹਾਂ, ਸਾਨੂੰ ਆਸ ਵੀ ਤੁਹਾਡੀ ਹੈ। ਤੁਹਾਡੇ ਬਿਨਾ ਮਹਾਰਾਜ ਸਾਡੀ ਹੋਰ ਕਿਤੇ ਕਿਸੇ ਤੇ ਆਸ ਨਹੀਂ। ਦੁਨੀਆ ਦੇ ਬੰਦਿਆਂ ਤੇ ਕੀ ਆਸ ਕਰੀਏ
ਜਿਨ੍ਹਾਂ ਦੀ ਆਪਣੀ ਕੋਈ ਆਸ ਨਹੀਂ ਵੀ ਕਿੰਨਾ ਚਿਰ ਰਹਿਣ। ਨਾਸ਼ਵਾਨ ਤੇ ਕੀ ਆਸ ਕਰਨੀ ਹੋਈ ਜੋ ਨਸ ਜਾਣਾ। ਮਹਾਰਾਜ ਤੁਸੀਂ ਸਤ ਹੋ, ਸदैवी ਹੋ, ਇਸ ਕਰਕੇ ਤੁਹਾਡੀ ਸ਼ਰਨ ਵਿੱਚ ਆ ਔਰ ਸਾਨੂੰ ਆਸ ਵੀ ਤੁਹਾਡੀ। ਔਰ ਤੁਸੀਂ ਸਾਡੇ ਸੁਖ ਦੇਣ ਵਾਲੇ ਸੱਜਣ ਹੋ। ਤੁਮ ਹੀ ਸੱਜਣ ਸੁਹੇਲੇ। ਸੁਹੇਲੇ ਦਾ ਮਤਲਬ ਹੁੰਦਾ ਸੁਖਦਾਈ। ਤੁਸੀਂ ਸਾਡੇ ਸੁਖਦਾਈ ਸੱਜਣ ਹੋ। ਜੇ ਇੱਥੇ ਸੁਖਦਾਈ ਸੱਜਣ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਦੁਨੀਆ 'ਚ ਇਹੋ ਜਿਹੇ ਸੱਜਣ ਵੀ ਹੁੰਦੇ ਨੇ ਜਿਹੜੇ ਦੁੱਖ ਦਿੰਦੇ ਨੇ। ਹਾਂ, ਜਿਨ੍ਹਾਂ ਨੂੰ ਅਸੀਂ ਸੱਜਣ ਕਹਿੰਦੇ ਆ, ਕਈ ਵਾਰ ਉਹੀ ਸੱਜਣ ਜੋ ਅਸੀਂ ਆਪਣੇ ਸੱਜਣ ਕੀਤੇ ਹੋਏ ਨੇ ਉਹ ਦੁਖਦਾਈ ਵੀ ਹੁੰਦੇ ਨੇ, ਉਹ ਤਕਲੀਫ ਵੀ ਦਿੰਦੇ ਨੇ। ਨਾ ਮੰਨਣ ਆਖਾ ਤਾਂ ਤਕਲੀਫ ਦਿੰਦੇ ਨੇ, ਨਾ ਚੱਲਣ ਬਚਨ ਵਿੱਚ ਤਾਂ ਤਕਲੀਫ ਦਿੰਦੇ ਨੇ, ਨਾ ਉਤਰਨ ਖਰੇ ਸਾਡੀਆਂ ਆਸਾਂ ਤੇ ਉਮੀਦਾਂ ਤੇ ਤਾਂ ਤਕਲੀਫ ਦਿੰਦੇ ਨੇ। ਪਰ ਹੇ ਪ੍ਰਭੂ, ਤੁਸੀਂ ਸਾਡੇ ਸੁਖਦਾਈ ਸੱਜਣ ਹੋ। ਸੁਖਦਾਈ, ਸਦਾ ਹੀ ਸੁਖ ਦਿੰਦੇ ਹੋ। ਹਾਂਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਹੇ ਦਿਆਲੂ ਪ੍ਰਭੂ, ਕਿਰਪਾ ਕਰੋ ਸਾਨੂੰ ਰੱਖ ਲਓ। ਮਹਾਰਾਜ ਤੁਸੀਂ ਰੱਖਣਹਾਰ ਹੋ। ਤੁਹਾਡੀ ਸ਼ਰਨ 'ਚ ਸ਼ਰਨ ਆਇਆਂ ਨੂੰ ਤੁਸੀਂ ਰੱਖਦੇ ਹੋ। ਮਹਾਰਾਜ ਤੁਸੀਂ ਦਿਆਲੂ ਹੋ, ਰੱਖ ਲਓ। ਤੁਹਾਡੇ ਦਰ ਘਰ ਦੇ ਅਸੀਂ ਗੋਲੇ ਹਾਂ ਮਹਾਰਾਜ, ਗੁਲਾਮ ਹਾਂ। ਤੁਹਾਡੇ ਦਰ ਘਰ ਦੇ ਮੁੱਲ ਖਰੀਦੇ ਹੋਏ ਗੋਲੇ ਹਾਂ। ਗੋਲੇ ਦਾ ਮਤਲਬ ਹੁੰਦਾ ਗੁਲਾਮ, ਨੌਕਰ। ਕਿਰਪਾ ਕਰੋ ਸੁਆਮੀ ਜੀ, ਤੁਹਾਡੀ ਸ਼ਰਨ ਵਿੱਚ ਰੱਖ ਲਓ।